ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਇੱਕ ਵੱਡਾ ਧਮਾਕਾ ਕਰ ਦਿੱਤਾ ਗਿਆ ਹੈ, ਜਿਸ ਧਮਾਕੇ ਤੋਂ ਬਾਅਦ ਕੁਝ ਨਵੇਂ ਸਵਾਲ ਪੈਦਾ ਹੋਏ ਨੇ ਤੇ ਸਰਕਾਰ ਇਹਨਾਂ ਸਵਾਲਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਆਖਰ ਧਮਾਕਾ ਕੀ ਕੀਤਾ ਗਿਆ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਤੇ ਕਿਹੜੇ ਸਵਾਲਾਂ ਦੇ ਵਿੱਚ ਸਰਕਾਰ ਹੁਣ ਘਿਰਦੀ ਨਜ਼ਰ ਆ ਰਹੀ ਹੈ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਤੇ ਉਧਰ ਭਗਵੰਤ ਮਾਨ ਵੀ ਬੁਰੀ ਤਰੀਕੇ ਦੇ ਨਾਲ ਫਸਦੇ ਨਜ਼ਰ ਆ ਰਹੇ ਨੇ, ਕਿਸ ਮਾਮਲੇ ਦੇ ਵਿੱਚ ਤੇ ਕਿਉਂ, ਗੱਲਬਾਤ ਇਸ ਦੇ ਉੱਪਰ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਮੰਤਰੀਆਂ ਦੀ, ਉਹਨਾਂ ਮੰਤਰੀ ਅਤੇ ਅਧਿਕਾਰੀਆਂ ਦੀ ਜਿਹੜੇ 1 ਸਾਲ ਬੀਤਣ ਤੋਂ ਬਾਅਦ ਵੀ ਸੀਐਮ ਮਾਨ ਨੂੰ ਸੀਰੀਅਸ ਨਹੀਂ ਲੈ ਰਹੇ। ਕਿਸ ਮਾਮਲੇ ਦੇ ਉੱਪਰ ਇਹ ਮੰਤਰੀ ਜਾਂ ਫਿਰ ਅਧਿਕਾਰੀ ਸੀਐਮ ਮਾਨ ਨੂੰ ਸੀਰੀਅਸ ਨਹੀਂ ਲੈ ਰਹੇ, ਗੱਲਬਾਤ ਉਸ ਮਾਮਲੇ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਿੱਧੂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਧੰਨਵਾਦ ਲਖਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਬਹਿਬਲ ਕਲਾਂ ਗੋਲੀकांड, ਇਸ ਮਾਮਲੇ ਦੇ ਉੱਪਰ ਵੱਖ-ਵੱਖ ਸਮੇਂ ਦੇ ਉੱਪਰ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਵੱਖ-ਵੱਖ ਖੁਲਾਸੇ ਕੀਤੇ ਗਏ ਨੇ। ਹੁਣ ਨਵਾਂ ਖੁਲਾਸਾ, ਨਵਾਂ ਧਮਾਕਾ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਨਵੇਂ ਸਵਾਲ ਪੈਦਾ ਹੋ ਗਏ ਨੇ। ਆਖਰ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਐਸਾ ਕੀ ਖੁਲਾਸਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਕਿਸ ਤਰ੍ਹਾਂ ਦੇ ਪੈਦਾ ਹੋਏ ਨੇ? ਮੈਂ ਰਾਤ ਵੀ ਇਸ ਵਿਸ਼ੇ ਦੇ ਉੱਪਰ ਗੱਲਬਾਤ ਆਪਾਂ ਕਰਕੇ ਹਟੇ ਹਾਂ, ਖਬਰ ਜਿਹੜੀ ਸਾਂਝੀ ਕੀਤੀ ਸੀ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਇਹ ਇੱਕ ਪੋਸਟ ਜਿਹੜੀ ਆ ਉਹ ਪੜ੍ਹਾ ਦਈਏ, ਤਾਂ ਜੋ ਦਰਸ਼ਕ ਪਹਿਲਾਂ ਸੁਣ ਲੈਣ ਕਿ ਕੁੰਵਰ ਵਿਜੇ ਪ੍ਰਤਾਪ ਹੂ ਉਹਨਾਂ ਅੱਖਰਾਂ ਦੇ ਮੁਤਾਬਕ ਕਹਿਣਾ ਕੀ ਚਾਹੁੰਦੇ ਆ ਔਰ ਉਸ ਤੋਂ ਬਾਅਦ ਗੱਲਬਾਤ ਕੀ ਹੈ। ਇਹ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਪਹਿਲਾਂ ਉਹ ਚਲਾ ਦੇਣ। ਉਹ ਕਹਿੰਦੇ ਆ ਕਿ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਬਹਿਬਲ ਕਲਾਂ ਫਾਇਰਿੰਗ ਕੇਸ ਦੀ ਸੁਣਵਾਈ ਸੀ। ਹੈਰਾਨੀ ਦੀ ਗੱਲ ਹੈ ਕਿ ਇਹ ਤਫਤੀਸ਼ ਕਰ ਰਹੀ ਐਸਆਈਟੀ ਦੇ ਵੱਲੋਂ ਜਵਾਬ ਦਾਖਲ ਨਹੀਂ ਕੀਤਾ ਗਿਆ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਕਾਂਗਰਸ ਸਰਕਾਰ ਦੀ ਬਣਾਈ ਹੋਈ ਐਸਆਈਟੀ ਦੇ ਵੱਲੋਂ ਇਨਸਾਫ ਦੀ ਉਮੀਦ ਨਹੀਂ ਕਰਨੀ ਚਾਹੀਦੀ। ਕਾਂਗਰਸ ਸਰਕਾਰ ਦੇ ਦੌਰਾਨ ਮੁੱਖ ਦੋਸ਼ੀਆਂ ਨੂੰ ਫਾਇਦਾ ਦਿਲਾਉਣ ਵਾਸਤੇ ਕੋਟਕਪੂਰਾ ਕੇਸ ਦਾ ਚਲਾਨ ਖਾਰਜ ਕਰਵਾਇਆ ਗਿਆ। ਸਹੀ ਤੱਥ ਮਾਣਯੋਗ ਅਦਾਲਤ ਦੇ ਸਾਹਮਣੇ ਨਹੀਂ ਪੇਸ਼ ਕੀਤੇ ਗਏ। ਉਸ ਤੋਂ ਬਾਅਦ ਜੋ ਹਾਲਾਤ ਬਣੇ, ਮੈਂ ਆਈਪੀਐਸ ਦੀ ਸਰਵਿਸ ਛੱਡ ਦਿੱਤੀ ਸੀ। ਅੱਜ ਸਵਾਲ ਉੱਥੇ ਆ ਕੇ ਟਿਕ ਜਾਂਦਾ ਹੈ ਕਿ ਇਨਸਾਫ ਕਦੋਂ ਅਤੇ ਕਿਸ ਤਰ੍ਹਾਂ ਮਿਲੇਗਾ। ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਇਨਸਾਫ ਗੁਰੂ ਮਹਾਰਾਜ ਦੀ ਅਦਾਲਤ ਤੋਂ ਹੀ ਮਿਲਣਾ ਹੈ। ਮੈਂ ਸਮਝਦਾ ਕਿ ਉਸ ਅਦਾਲਤ ਵਿਖੇ ਰੋਜ਼ਾਨਾ ਤੌਰ ਤੇ ਸੁਣਵਾਈ ਚੱਲ ਰਹੀ ਹੈ। ਜੇਕਰ ਮਾਨਯੋਗ ਅਦਾਲਤ ਦੇ ਕਹਿਣ ਦੇ ਬਾਵਜੂਦ ਐਸਆਈਟੀ ਆਪਣਾ ਜਵਾਬ ਨਹੀਂ ਪੇਸ਼ ਕਰ ਰਹੀ ਤਾਂ ਸਪਸ਼ਟ ਹੈ ਕਿ ਰਾਜਨੀਤੀ ਹਾਵੀ ਹੋ ਚੁੱਕੀ ਹੈ। ਜਦੋਂ ਮੈਨੂੰ ਪਤਾ ਲੱਗਿਆ ਕਿ ਕੁਝ ਗਵਾਹਾਂ ਨੇ ਦੋਸ਼ੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਵਾਹਿਗੁਰੂ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮਾਣਯੋਗ ਅਦਾਲਤ ਦੇ ਵਿੱਚ ਆਪਣਾ ਪੱਖ ਰੱਖ ਦਿੱਤਾ, ਜੋ ਕਿ ਕੋਈ ਵੀ ਵਿਅਕਤੀ ਦੇਖ ਸਕਦਾ ਹੈ। ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਫਾਇਰਿੰਗ ਕੇਸ ਦੀ ਮੇਰੀ ਤਫਤੀਸ਼ ਅਤੇ ਚਲਾਨ ਨੂੰ ਮਾਣਯੋਗ ਹਾਈ ਕੋਰਟ ਨੇ ਮਿਤੀ 4/7/2022 ਨੂੰ ਓਕੇ ਕਰਦੇ ਹੋਏ ਫਰਦਰ ਇਨਵੈਸਟੀਗੇਸ਼ਨ ਵਾਸਤੇ ਆਦੇਸ਼ ਕਰ ਦਿੱਤਾ ਸੀ। ਇਸ ਚਲਾਨ ਦੇ ਵਿੱਚ ਐਸਐਚਓ ਤੋਂ ਲੈ ਕੇ ਉਦੋਂ ਤੱਕ ਦੇ ਡੀਜੀਪੀ ਤੱਕ ਦਾ ਜਿਹੜਾ ਉਹ ਚਲਾਨ ਦੇ ਦਿੱਤਾ ਗਿਆ। ਅਸੀਂ ਕਿਸੇ ਵੀ ਥਾਂ ਤੇ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟਾਂਗੇ। ਸਾਡੀ ਜੰਗ ਜਿਹੜੀ ਹਮੇਸ਼ਾ ਜਾਰੀ ਰਹੇਗੀ। ਇਹ ਜਿਹੜੀ ਹੈ ਉਹਨਾਂ ਨੇ ਪੋਸਟ ਜਿਹੜੀ ਪਾਈ ਹੈ ਲਖਵਿੰਦਰ ਜੀ, ਇਸ ਪੋਸਟ ਤੋਂ ਇੱਕ ਸਾਫ਼ ਗੱਲ ਇਹ ਹੋ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ, ਜਿਵੇਂ ਉਹ ਪਹਿਲਾਂ ਵੀ ਕਰਦੇ ਆ ਰਹੇ ਆ, ਕਿ ਭਾਈ ਇਹ ਜਿਹੜੀ ਐਸਆਈਟੀ ਹੈ, ਜਿਹੜੀ ਬਹਿਬਲ ਕਲਾਂ ਗੋਲੀकांड ਦੀ ਜਾਂਚ ਕਰ ਰਹੀ ਹੈ, ਇਹ ਐਸਆਈਟੀ ਇਨਸਾਫ ਨਹੀਂ ਦਿਵਾ ਸਕਦੀ। ਇਹ ਕਾਂਗਰਸ ਦੀ ਬਣਾਈ ਹੋਈ ਐਸਆਈਟੀ ਹੈ। ਉਸ ਐਸਆਈਟੀ ਦੇ ਵੱਲੋਂ ਕਹਿੰਦੇ ਕਿ ਕੱਲ ਸੁਣਵਾਈ ਦੇ ਦੌਰਾਨ ਕੋਈ ਵੀ ਜਵਾਬ ਜਿਹੜਾ ਉਹ ਦਾਖਲ ਕਹਿੰਦੇ ਕੀਤਾ ਨਹੀਂ ਗਿਆ, ਜਿਹੜਾ ਕਿ ਜਵਾਬ ਕੱਲ ਦਾਖਲ ਕੀਤਾ ਜਾਣਾ ਸੀ, ਪਰ ਜਵਾਬ ਦਾਖਲ ਜਿਹੜਾ ਉਹ ਕਹਿੰਦੇ ਨਹੀਂ ਕੀਤਾ ਗਿਆ। ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇਹ ਸਵਾਲ ਖੜੇ ਕਰ ਦਿੱਤੇ ਨੇ ਕਿ ਭਾਈ ਇਹ ਐਸਆਈਟੀ ਕਰ ਕੀ ਰਹੀ ਹੈ। ਉਹ ਕਹਿੰਦੇ ਕਿ ਬਹਿਬਲ ਕਲਾਂ ਕੇਸ ਦੀ ਜਿਹੜੀ ਰਿਪੋਰਟ ਹੈ ਉਹ ਤਾਂ ਖਾਰਜ ਕੀਤੀ ਨਹੀਂ ਗਈ। ਕਹਿਣ ਦਾ ਭਾਵ ਕੋਟਕਪੂਰਾ ਰਿਪੋਰਟ ਜਿਹੜੀ ਆ ਉਹ ਖਾਰਜ ਹੋਈ ਸੀ, ਜਿਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਆਪਣੀ ਆਈਪੀਐਸ ਦੀ ਨੌਕਰੀ ਛੱਡ ਦਿੱਤੀ, ਸਰਵਿਸ ਛੱਡ ਦਿੱਤੀ। ਤਾਂ ਜਿਹੜੀ ਬਹਿਬਲ ਕਲਾਂ ਰਿਪੋਰਟ ਸੀ ਉਹ ਤਾਂ ਖਾਰਜ ਹੋਈ ਨਹੀਂ ਸੀ, ਉਹਦੇ ਵਿੱਚ ਐਸਆਈਟੀ ਦਾ ਕੋਈ ਨਵਾਂ ਕੰਮ ਹੀ ਕੋਈ ਨਹੀਂ ਸੀ। ਜੇ ਐਸਆਈਟੀ ਬਣਾਈ ਸੀ ਤਾਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਜਿਵੇਂ ਦੱਸਿਆ ਕਿ 4/7/2022 ਨੂੰ ਅਦਾਲਤ ਨੇ ਬਹਿਬਲ ਕਲਾਂ ਫਾਇਰਿੰਗ ਕੇਸ ਦੀ ਮੇਰੀ ਤਫਤੀਸ਼ ਜਿਹੜੀ ਹੈ ਉਹ ਓਕੇ ਕਰ ਦਿੱਤੀ ਸੀ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਲਈ ਆਦੇਸ਼ ਜਿਹੜਾ ਉਹ ਕਰ ਦਿੱਤਾ ਸੀ। ਤੇ ਕਹਿੰਦੇ ਕਿ ਇਸ ਦੇ ਵਿੱਚ ਐਸਐਚਓ ਤੋਂ ਲੈ ਕੇ ਉਦੋਂ ਤੱਕ ਦੇ ਡੀਜੀਪੀ ਦਾ ਚਲਾਨ ਜਿਹੜਾ ਉਹ ਕਰ ਦਿੱਤਾ ਸੀ। ਭਾਵ ਕਿ ਡੀਜੀਪੀ ਤੋਂ ਜਿਹੜੇ ਉੱਪਰ 1-2 ਲੋਕ ਆਉਂਦੇ ਸੀ, ਹੁਣ ਉਹਨਾਂ ਦਾ ਜਿਹੜਾ ਚਲਾਨ ਇਹਦੇ ਵਿੱਚ ਬਾਕੀ ਸੀ।
ਤਕਰੀਬਨ 70-75% ਕਹਿੰਦੇ ਜਾਂ ਉਸ ਤੋਂ ਵੀ ਜ਼ਿਆਦਾ ਦੀ ਜਿਹੜੀ ਇਨਕੁਆਰੀ ਹੈ ਜਾਂ ਰਿਪੋਰਟ ਹੈ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਪੇਸ਼ ਕਰ ਚੁੱਕੇ ਸੀ। ਹੁਣ ਅਸੀਂ ਸ਼ੁਰੂ ਤੋਂ ਹੀ ਸਵਾਲ ਚੱਕਦੇ ਆ ਰਹੇ ਹਾਂ ਕਿ ਭਾਈ ਇਹ ਚੱਲ ਕੀ ਰਿਹਾ। ਕੋਟਕਪੁਰਾ ਰਿਪੋਰਟ ਖਾਰਜ ਹੁੰਦੀ ਹੈ, ਕੁਮਰ ਵਿਜੇ ਪ੍ਰਤਾਪ ਸਿੰਘ IPS ਦੀ ਨੌਕਰੀ ਛੱਡ ਦਿੰਦੇ ਨੇ, ਉਹਦੇ ਵਿੱਚ SIT ਕਾਂਗਰਸ ਸਰਕਾਰ ਦੇ ਵੱਲੋਂ ਬਣਾਈ ਜਾਂਦੀ ਹੈ। ਕੋਟਕਪੁਰਾ ਰਿਪੋਰਟ ਖਾਰਜ ਹੋਣਾ ਸਮਝ ਦੇ ਵਿੱਚ ਆਉਂਦਾ ਹੈ ਕਿ ਉਹਦੇ ਤੇ SIT ਬਣਾਈ ਜਾਂਦੀ ਹੈ, ਪਰ ਬਾਈਬਲ ਕਲਾਂ ਰਿਪੋਰਟ ਤਾਂ ਖਾਰਜ ਹੀ ਨਹੀਂ ਨਾ ਹੋਈ ਸੀ, ਉਹਦੇ ਤੇ SIT ਬਣਾਉਣ ਦੀ ਜਿਹੜੀ ਲੋੜ ਕੀ ਸੀ। ਚਲੋ ਜੇ ਬਣ ਵੀ ਗਈ ਤਾਂ ਫਿਰ ਜਦੋਂ ਤੱਕ ਉਹ ਇਨਵੈਸਟੀਗੇਸ਼ਨ DGP ਤੱਕ ਪਹੁੰਚ ਚੁੱਕੀ ਸੀ ਉਸ ਤੋਂ ਅੱਗੇ ਜਾਣੀ ਸੀ, ਉਸ ਤੋਂ ਅੱਗੇ ਚਾਲੂ ਕਿਉਂ ਨਹੀਂ ਕੀਤੀ ਗਈ, ਕਿਉਂ ਸ਼ੁਰੂ ਤੋਂ ਜਿਹੜੀ ਕੀਤੀ ਗਈ, ਕਿਉਂ ਟਾਈਮ ਜਿਹੜਾ ਉਹ ਖਰਾਬ ਕੀਤਾ ਜਾ ਰਿਹਾ, ਇਹ ਵੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ। ਔਰ ਦੂਜੇ ਪਾਸੇ ਇਹ ਪਤਾ ਇਹ ਵੀ ਲੱਗ ਰਿਹਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਮਰ ਵਿਜੇ ਪ੍ਰਤਾਪ ਹੋਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਸੀ, ਭਗਵੰਤ ਮਾਨ ਤੇ ਕੇਜਰੀਵਾਲ ਨੇ ਇਹ ਵਾਅਦਾ ਕੀਤਾ ਸੀ ਕੁਮਰ ਵਿਜੇ ਪ੍ਰਤਾਪ ਹੋਰਾਂ ਦੇ ਨਾਲ ਕਿ ਭਾਈ ਅਸੀਂ ਤੁਹਾਡੀ ਜਿਹੜੀ ਅਪੀਲ ਹੈ, ਜਿਹੜੀ ਤੁਸੀਂ ਅਪੀਲ ਕਰੋਗੇ ਜਾਂ ਕੀਤੀ ਹੋਈ ਹੈ ਕਿ ਭਾਈ ਅਸੀਂ ਜਿਹੜੀ ਆ ਅਪੀਲ ਕਰਾਂਗੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਰਲ ਕੇ ਕਿ ਕੋਟਕਪੂਰਾ ਜਿਹੜੀ ਖਾਰਜ ਹੋਈ ਰਿਪੋਰਟ ਆ ਉਹਨੂੰ ਦੁਬਾਰਾ ਬਹਾਲ ਕੀਤਾ ਜਾਵੇ, ਉਹਨੂੰ ਦੁਬਾਰਾ ਲੈ ਕੇ ਆਂਦਾ ਜਾਵੇ, ਹਾਈ ਕੋਰਟ ਨੂੰ ਅਸੀਂ ਅਪੀਲ ਕਰਾਂਗੇ। ਸਰਕਾਰ ਬਣ ਗਈ, ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਆਪਣੇ ਤੌਰ ਤੇ ਅਪੀਲ ਕਰ ਦਿੱਤੀ, ਪਰ ਸਰਕਾਰ ਦੇ 1.5 ਸਾਲ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਵੀ ਸਰਕਾਰ ਨੇ ਜਿਹੜੀ ਆ ਕੁਮਰ ਵਿਜੇ ਪ੍ਰਤਾਪ ਦੀ ਉਹ ਅਪੀਲ ਕੋਟਕਪੂਰਾ ਗੋਲੀकांड ਦੀ ਖਾਰਜ ਹੋਈ ਰਿਪੋਰਟ ਨੂੰ ਵਾਪਸ ਲਿਆਉਣ ਲਈ ਕੀਤੀ ਗਈ ਸੀ, ਔਰ ਸਰਕਾਰ ਨੇ ਇਹ ਵਾਅਦਾ ਕੀਤੇ ਜਾਣ ਦੇ ਬਾਵਜੂਦ ਵੀ ਅਪੀਲ ਨੂੰ ਸਰਕਾਰੀ ਤੌਰ ਤੇ ਕੁਮਰ ਵਿਜੇ ਪ੍ਰਤਾਪ ਜੀ ਨੂੰ ਜੁਆਇਨ ਨਹੀਂ ਕੀਤਾ। ਕਿਉਂ ਨਹੀਂ ਕੀਤਾ, ਇਹ ਵੱਡੇ ਜਿਹੜੇ ਸਵਾਲ ਖੜੇ ਕਰਦੀ ਹੈ। ਔਰ ਰੌਲਾ ਇਹ ਵੀ ਹੈ ਕਿ ਭਾਈ SIT ਕੁਮਰ ਵਿਜੇ ਪ੍ਰਤਾਪ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਭਾਈ ਇਹ SIT ਕਾਂਗਰਸ ਸਰਕਾਰ ਮੌਕੇ ਦੀ ਬਣੀ ਹੋਈ ਜਿਹੜੀ ਹੈਗੀ ਹੈ, ਇਹ ਤੁਹਾਨੂੰ ਨਹੀਂ ਇਨਸਾਫ ਦਵਾ ਸਕਦੀ। ਤਾਂ ਕੀ ਮਜਬੂਰੀ ਹੈ ਕਿ SIT ਚੇਂਜ ਨਹੀਂ ਕੀਤੀ ਗਈ। ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਵੀ ਗੱਲ ਕਹੀ ਗਈ ਕਿ ਭਾਈ ਤੇਰੀ ਉਸ ਅਪੀਲ ਨੂੰ ਜੁਆਇਨ ਕਰਾਂਗੇ, ਸਰਕਾਰੀ ਤੌਰ ਤੇ ਰਿਪੋਰਟ ਨੂੰ ਬਚਾਵਾਂਗੇ। ਔਰ ਇਹ ਵੀ ਗੱਲ ਕਹੀ ਗਈ ਹੈ ਕਿ ਭਾਈ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਜਿਹੜੀ ਹੈ ਉਹ ਰਿਪੋਰਟ ਬਣਾਈ ਪਈ ਹੈ, ਜੇ ਸਰਕਾਰ ਚਾਹਵੇ, ਮੁੱਖ ਮੰਤਰੀ ਚਾਹਵੇ ਤਾਂ 24 ਘੰਟਿਆਂ ਦੇ ਵਿੱਚ ਇਨਸਾਫ ਜਿਹੜਾ ਉਹ ਦਿੱਤਾ ਜਾ ਸਕਦਾ। ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ, ਸਾਰਿਆਂ ਨੂੰ ਜਿਹੜੀ ਇਹ ਗੱਲ ਚੇਤੇ ਹੈਗੀ ਆ। ਤਾਂ ਹੁਣ ਤੱਕ ਤਾਂ ਜਿਹੜੇ ਕਿੰਨੇ 24 ਘੰਟੇ ਬੀਤ ਚੁੱਕੇ ਆ ਲਖਵਿੰਦਰ ਜੀ, ਸਮਝੋ ਬਾਹਰ ਗੱਲ ਹੈ ਕਿ ਇਹ ਚੱਲ ਕੀ ਹੈ। ਤਾਂ ਬਹੁਤ ਸਾਰੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਬਹੁਤ ਸਾਰੇ ਜਿਹੜੀਆਂ ਗੱਲਾਂ ਨੇ ਕੁਮਰ ਵਿਜੇ ਪ੍ਰਤਾਪ ਦੀਆਂ, ਉਹ ਆਟੋਮੈਟਿਕਲੀ ਹੁਣ ਸਵਾਲ ਜਿਹੜੇ ਖੜੇ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਹੋ ਗਏ ਨੇ ਕਿ ਭਾਈ ਕਿਉਂ SIT ਇਹਦੇ ਵਿੱਚ ਢਿੱਲਪਣ ਵਰਤ ਰਹੀ ਹੈ, ਕਿਉਂ ਕੱਲ ਜਵਾਬ ਨਹੀਂ ਜਿਹੜਾ ਦਿੱਤਾ ਗਿਆ ਕੋਰਟ ਦੇ ਵਿੱਚ, ਕਿਉਂ SIT ਚੇਂਜ ਨਹੀਂ ਕੀਤੀ ਗਈ, ਕਿਉਂ ਕੁਮਰ ਵਿਜੇ ਪ੍ਰਤਾਪ ਦੀ ਉਸ ਰਿਪੋਰਟ ਨੂੰ ਸਰਕਾਰੀ ਤੌਰ ਤੇ ਜਿਹੜਾ ਉਹ ਜੁਆਇਨ ਨਹੀਂ ਕੀਤਾ ਜਾਂਦਾ। ਇਹ ਜਿਹੜੇ ਵੱਡੇ ਸਵਾਲ ਜਿਹੜੇ ਲਖਵਿੰਦਰ ਜੀ ਖੜੇ ਨੇ ਜੀ। ਬਿਲਕੁਲ ਜੀ ਬਿਲਕੁਲ। ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਸ਼ੁਰੂਆਤ ਦੇ ਵਿੱਚ, ਕਿਉਂਕਿ ਬਾਈਬਲ ਕਲਾਂ ਦੇ ਵਿੱਚ ਮਾਨ ਸਾਹਿਬ ਦੇ ਵੱਲੋਂ ਵੀ ਜਾ ਕੇ ਟਾਈਮ ਲੈਤਾ ਗਿਆ ਸੀ ਜਾਂ ਫਿਰ ਵੱਖ-ਵੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਬੜੀ ਜਲਦੀ ਉਹਨਾਂ ਵੱਲੋਂ ਕਿਹਾ ਸੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਏਗਾ। ਤੇ ਜੇਕਰ ਸਰਕਾਰ ਬਣਨ ਤੋਂ ਪਹਿਲਾਂ ਦੇ ਦਾਅਵਿਆਂ ਦੀ ਗੱਲ ਕਰੀਏ ਉਦੋਂ ਵੀ, ਕਿਉਂਕਿ ਕੁਝ ਘੰਟਿਆਂ ਦੀ ਮੁਹਲਤ ਮੰਗਦੀ ਨਜ਼ਰ ਆ ਰਹੀ ਸੀ ਆਮ ਆਦਮੀ ਪਾਰਟੀ, ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਦੇ MLA ਵੱਲੋਂ ਹੀ ਆਪਣੀ ਸਰਕਾਰ ਦੇ ਉੱਪਰ ਸਵਾਲ ਖੜੇ ਕੀਤੇ ਨੇ, ਸੋ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਤੇ ਦੂਸਰੇ ਪਾਸੇ ਦਿੱਲੀ ਮਾਡਲ ਦੀ ਗੱਲ ਕਰੀਏ, ਸਿੱਖਿਆ ਨੀਤੀ ਦੀ ਗੱਲ ਕਰੀਏ, ਜਿਸ ਸਿੱਖਿਆ ਨੀਤੀ ਨੂੰ, ਇਨਫਰਾਸਟ੍ਰਕਚਰ ਨੂੰ ਬੜੀ ਸ਼ਿੱਦਤ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਸਰਾਹਿਆ ਜਾਂਦਾ ਤੇ ਪ੍ਰਚਾਰਿਆ ਵੀ ਜਾਂਦਾ ਹੈ, ਉਸ ਮਾਮਲੇ ਦੇ ਉੱਪਰ ਵੀ ਸਰਕਾਰ ਹੱਥ ਖੜੇ ਕਰਦੀ ਗੱਲ ਨਜ਼ਰ ਆਈ ਹੈ। ਕਿਉਂਕਿ ਕੱਲ ਇੱਕ ਵੱਡਾ ਦੁਖਾਂਤ ਪੰਜਾਬ ਦੇ ਵਿੱਚ ਵਾਪਰਿਆ, ਭਾਵੇਂ ਕਿ ਪੋਸਟਾਂ ਜ਼ਰੂਰ ਪਾਈਆਂ ਗਈਆਂ ਨੇ, ਲੇਕਿਨ ਇੱਕ ਇਨਫਰਾਸਟ੍ਰਕਚਰ ਦੇ ਉੱਪਰ, ਕਿਉਂਕਿ ਸਿੱਖਿਆ ਨੀਤੀ ਨੂੰ ਲੈ ਕੇ ਸਰਕਾਰ ਬੜਾ ਉਤਸ਼ਾਹ ਦੇ ਨਾਲ ਦੂਸਰੇ ਸੂਬਿਆਂ ਜਾ ਕੇ ਪੰਜਾਬ ਨੀਤੀ ਨੂੰ ਜਾਂ ਫਿਰ ਦਿੱਲੀ ਮੋੜ ਨੂੰ ਪ੍ਰਚਾਰ ਰਹੀ ਹੈ, ਲੇਕਿਨ ਕੱਲ ਦੁਖਾਂਤ ਵਾਪਰਿਆ। ਉਸ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ ਕਿ ਸਰਕਾਰ ਸੱਚਮੁੱਚ ਜੋ ਗੱਲ ਕਰਦੀ ਨਜ਼ਰ ਆ ਰਹੀ ਹੈ, ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਸੱਚਮੁੱਚ ਸੰਜੀਦਾ ਉਸ ਮਾਮਲੇ ਦੇ ਵਿੱਚ, ਕਿਵੇਂ ਦੇਖ ਰਹੇ ਹੋ ਕੱਲ ਦੇ ਦੁਖਾਂਤ ਨੂੰ? ਦੇਖੋ, ਬੜਾ ਵੱਡਾ ਫੇਲੀਅਰ ਆ ਲਖਵਿੰਦਰ ਜੀ ਸਰਕਾਰ ਦਾ। ਮੈਂ ਇਸ ਚੀਜ਼ ਤੇ ਹੈਰਾਨ ਹਾਂ ਕਿ ਸਰਕਾਰ ਦੇ ਮੰਤਰੀ ਜਿਹੜੇ ਆ ਉਹ ਕਿਤੇ ਜਾ ਕੇ ਬੈੱਡ ਚੈੱਕ ਕਰਨ ਲੱਗ ਜਾਂਦੇ ਆ, ਕਿਤੇ ਜਾ ਉਹ ਫਿਰ ਅਧਿਕਾਰੀਆਂ ਨੂੰ ਜਿਹੜੀ ਆ ਉਹ ਝਟਕਾ ਮਾਰ ਲੱਗ ਜਾਂਦੇ ਆ। ਕੁਛ ਤਾਂ ਇੱਥੋਂ ਤੱਕ ਕਿ ਟਮਾਟਰ ਵੀ ਚੈੱਕ ਕਰੀ ਜਾਂਦੇ ਆ ਦਾਲ ਦੇ ਵਿੱਚ ਜਾ ਕੇ। ਧਾਲੀਵਾਲ ਮੰਤਰੀ ਪਿਛਲੇ ਦਿਨ ਤੁਸੀਂ ਦੇਖੋ ਸਕੂਲ ਦੇ ਵਿੱਚ ਜਾ ਕੇ ਕਹਿੰਦੇ ਦਾਲ ਦੇ ਵਿੱਚ ਟਮਾਟਰ ਕਿੱਥੇ ਆ, ਟਮਾਟਰ ਤੇ ਕਹਿੰਦੇ ਹੈ ਹੀ ਨਹੀਂ। ਤਾਂ ਟਮਾਟਰ ਤਾਂ ਚੈੱਕ ਕੀਤੇ ਜਾ ਰਹੇ ਆ। ਇਹ ਸਰਕਾਰ ਸਕੂਲਾਂ ਦੀਆਂ ਛੱਤਾਂ ਕਿਉਂ ਨਹੀਂ ਚੈੱਕ ਕਰਦੀ? ਇਹ ਜਿਹੜੇ ਵੱਡੇ ਜਿਹੜੇ ਸ਼ਮਸ਼ਾਨ ਘਾਟਾਂ ਦੇ ਲਈ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਪਿੰਡਾਂ ਨੂੰ ਵੋਟਾਂ ਲੈਣ ਦੇ ਲਈ,
ਜਿੱਥੇ ਸਕੂਲ ਕੱਚੇ ਤੇ ਸ਼ਮਸ਼ਾਨ ਘਾਟ ਪੱਕੇ ਹੋਣ, ਲਖਵਿੰਦਰ ਜੀ, ਤਾਂ ਉੱਥੇ ਬਹੁਤ ਵੱਡੀ ਮਾਨਸਿਕਤਾ ਜਿਹੜੀ ਆ ਆਪਣੇ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਕਿ ਮਾਨਸਿਕਤਾ ਕੀ ਰੂਪ ਜਿਹੜੀ ਆ ਧਾਰਨ ਕਰ ਚੁੱਕੀ ਹੈ ਸਾਡੀ। ਸਰਕਾਰ ਵੱਡੇ ਵੱਡੇ ਦਾਅਵੇ ਕਰੀ ਜਾਂਦੀ ਹੈ ਕਿ ਭਾਈ ਅਸੀਂ ਇਹਨਾਂ ਨੂੰ ਅਧਿਆਪਕਾਂ ਨੂੰ 70 ਅਧਿਆਪਕਾਂ ਨੂੰ ਭੇਜਤਾ ਜੀ, ਇੰਨੇ ਅਧਿਆਪਕਾਂ ਦਾ, ਪ੍ਰਿੰਸੀਪਲਾਂ ਦਾ, ਮੁੱਖ ਅਧਿਆਪਕਾਂ ਦਾ ਗਰੁੱਪ ਜਿਹੜਾ ਉਹ ਸਿੰਗਾਪੁਰ ਭੇਜਤਾ। ਭਾਈ ਸਭ ਤੋਂ ਪਹਿਲਾਂ ਇਨਫਰਾਸਟ੍ਰਕਚਰ ਜਿਹੜਾ ਉਹਦਾ ਠੀਕ ਕਰ ਲਓ, ਸਕੂਲਾਂ ਦੀਆਂ ਛੱਤਾਂ ਦਾ ਜਿਹੜੀਆਂ ਤੁਸੀਂ ਉਹ ਠੀਕ ਕਰ ਲਓ। ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਕਿਉਂ ਨਹੀਂ ਇਹਨਾਂ ਛੱਤਾਂ ਨੂੰ, ਇਹਨਾਂ ਸਕੂਲਾਂ ਨੂੰ ਜਿਹੜੀ ਉਹ ਮੁਰੰਮਤ ਠੀਕ ਕਰਦੇ। ਹੁਣ ਬੱਦੋਵਾਲ ਦੇ ਵਿੱਚ ਕੱਲ ਸਕੂਲ ਢਹਿ ਗਿਆ, ਉਹਦੇ ਹੇਠਾਂ ਜਿਹੜੀਆਂ ਉਹ 4 ਜਿਹੜੀਆਂ ਔਰਤਾਂ ਸੀ ਉਹ ਦੱਬੀਆਂ ਗਈਆਂ, ਜਿਹੜੀਆਂ ਮਹਿਲਾ ਅਧਿਆਪਕਾਵਾਂ ਸੀ, 2 ਕੱਢ ਲੀਆਂ, 2 ਬੜੀਆਂ ਮੁਸ਼ੱਕਤ ਦੇ ਨਾਲ ਕੱਢੀਆਂ ਗਈਆਂ ਨੇ। ਔਰ ਦੂਜੀ ਗੱਲ, ਇੱਕ ਅਧਿਆਪਕ ਦੀ ਤਾਂ ਜਿਹੜੀ ਉਹ ਮੌਤ ਹੀ ਹੋ ਗਈ ਹੈ, ਰਵਿੰਦਰ ਕੌਰ ਦੀ, ਤਾਂ ਬੜੀ ਦੁਖਦਾਈ ਖਬਰ ਹੈ। ਸਰਕਾਰ 2 ਚੀਜ਼ਾਂ ਲੈ ਕੇ ਲਖਵਿੰਦਰ ਜੀ ਆਈ ਸੀ ਅੱਗੇ, ਇੱਕ ਜਿਹੜੀ ਲੈ ਕੇ ਆਈ ਸੀਗੀ ਸਿੱਖਿਆ ਨੀਤੀ, ਦੂਜੀ ਜਿਹੜੀ ਆ ਸਿਹਤ ਨੀਤੀ। ਦੋਨਾਂ ਦੇ ਵਿੱਚ ਹੀ ਬੁਰੇ ਤਰੀਕੇ ਦੇ ਨਾਲ ਫੇਲੂਆ ਸਾਬਤ ਹੋ ਰਿਹਾ। ਮੈਂ ਪਹਿਲਾਂ ਵੀ ਆਪਾਂ ਗੱਲਬਾਤ ਕਰਕੇ ਹਟਿਆ ਕਿ ਭਾਈ ਇਹ ਲਗਾਤਾਰ ਕਹਿ ਰਹੇ ਆ ਕਿ ਅਸੀਂ ਮਹੱਲਾ ਕਲੀਨਿਕ ਜਿਹੜੇ ਆ ਖੋਲ ਰਹੇ ਆ। ਮਹੱਲਾ ਕਲੀਨਿਕ ਮੁੱਖ ਮੰਤਰੀ ਸਾਹਿਬ ਉਦਘਾਟਨ ਕਰਕੇ ਜਾਂਦੇ ਆ, ਕੁਝ ਦਿਨਾਂ ਬਾਅਦ ਉੱਥੋਂ ਡਾਕਟਰ ਭੱਜ ਜਾਂਦੇ ਆ, ਕੁਝ ਦਿਨਾਂ ਬਾਅਦ ਉੱਥੇ ਟੈਸਟਾਂ ਵਾਲੀਆਂ ਜਿਹੜੀਆਂ ਕੰਪਨੀਆਂ ਭੱਜ ਜਾਂਦੀਆਂ। ਅਜਿਹੀਆਂ 20 ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ। ਤਾਂ ਅਸੀਂ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਪਹਿਲਾਂ ਜਿਹੜੇ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਸਰਕਾਰੀ ਹਸਪਤਾਲਾਂ ਦਾ, ਪਹਿਲਾਂ ਉਹਨਾਂ ਨੂੰ ਸੁਧਾਰ ਲਿਆ ਜਾਵੇ, ਉੱਥੇ ਜਿਹੜੀਆਂ ਦਵਾਈਆਂ ਨੇ ਉਹ ਮੁਹੱਈਆ ਜਿਹੜੀਆਂ ਉਹ ਕਰਵਾ ਦਿੱਤੀਆਂ ਜਾਣ। ਫਿਰ ਜਦੋਂ ਉੱਥੇ ਰਸ਼ ਪਵੇ ਫਿਰ ਤੁਸੀਂ ਮਹੱਲਾ ਕਲੀਨਿਕਾਂ ਤੇ ਵੀ ਆ ਜਾਓ। ਹੁਣ ਜਿਹੜੇ ਪਹਿਲਾਂ ਸਰਕਾਰੀ ਸਹੂਲਤਾਂ ਦੇਣ ਵਾਲੇ ਜਿਹੜੇ ਹਸਪਤਾਲ ਸੀਗੇ, ਉੱਥੇ ਤੁਸੀਂ ਚੰਗੇ ਤਰੀਕੇ ਨਾਲ ਕਿਹੜਾ ਕੰਮਕਾਜ ਚਲਾ ਨਹੀਂ ਸਕੇ, ਤੁਸੀਂ ਮਹੱਲਾ ਕਲੀਨਿਕਾਂ ਵਾਲੇ ਨੂੰ ਪੈ ਗਏ। ਜਦੋਂ ਮਹੱਲਾ ਕਲੀਨਿਕ ਵੀ ਚੰਗੇ ਨਹੀਂ ਕੀਤੇ, ਤੁਸੀਂ ਮਹੱਲਾ ਕਲੀਨਿਕ ਵੀ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਲਟਾ ਹੋਰ ਨਵੇਂ ਖੋਲ ਦਿੱਤੇ। ਚਲੋ ਉਹ ਵੀ ਗੱਲ ਆਈ ਗਈ ਹੋਊ, ਪਰ ਹੁਣ ਆਹ ਜਿਸ ਤਰੀਕੇ ਨਾਲ ਤੁਸੀਂ ਅਧਿਆਪਕਾਂ ਨੂੰ ਬਾਹਰ ਭੇਜ ਰਹੇ ਹੋ, ਖਰਚਾ ਕਰ ਰਹੇ ਹੋ, ਠੀਕ ਆ, ਤੁਸੀਂ ਭੇਜੋ, ਪਹਿਲਾਂ ਇੱਥੇ ਜਿਹੜੀ ਲੋੜੀਂਦੀ, ਜਿਹੜੀ ਮੁੱਢਲੀ ਲੋੜ ਹੈ ਪਹਿਲਾਂ ਉਹ ਤਾਂ ਪੂਰੀ ਕਰ ਲਓ, ਫਿਰ ਤੁਸੀਂ ਅਧਿਆਪਕਾਂ ਨੂੰ ਵੀ ਉੱਥੇ ਭੇਜ ਦਿਓ। ਮੈਂ ਲਖਵਿੰਦਰ ਜੀ ਪਹਿਲਾਂ ਵੀ ਇਹ ਗੱਲ ਬਹੁਤ ਵਾਰੀ ਆਪਾਂ ਕਰ ਚੁੱਕੇ ਹਾਂ ਕਿ ਜਿੰਨਾ ਟਾਈਮ ਸਾਡੇ ਮੁੱਖ ਮੰਤਰੀ ਦੇ, ਜਿੰਨਾ ਟਾਈਮ ਸਾਡੇ ਮੰਤਰੀਆਂ ਦੇ, ਜਿੰਨਾ ਟਾਈਮ ਸਾਡੇ ਐਮਐਲਏ ਲੀਡਰਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜ੍ਹਦੇ, ਜਿੰਨਾ ਟਾਈਮ ਇਹ ਜ਼ਰੂਰੀ ਨਹੀਂ ਹੋ ਜਾਂਦਾ ਕਿ ਸਾਡੇ ਮੁੱਖ ਮੰਤਰੀ ਐਮਐਲਏ ਤੇ ਲੀਡਰਾਂ ਦੇ ਪਰਿਵਾਰ ਜਿਹੜੇ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਇਲਾਜ ਕਰਾਉਣਾ ਉਹਨਾਂ ਦੇ ਲਈ ਲਾਜ਼ਮੀ ਹੋਊਗਾ, ਤਾਂ ਉਹ ਚੋਣਾਂ ਲੜ ਸਕਣਗੇ। ਜਿੰਨਾ ਟਾਈਮ ਇਹ ਚੀਜ਼ਾਂ ਨਹੀਂ ਹੋ ਜਾਂਦੀਆਂ ਉਹਨਾਂ ਟਾਈਮ ਸਰਕਾਰੀ ਹਸਪਤਾਲਾਂ ਦਾ, ਸਰਕਾਰੀ ਸਕੂਲਾਂ ਦਾ ਸੁਧਾਰ ਜਿਹੜਾ ਉਹ ਲਖਵਿੰਦਰ ਜੀ ਹੋਣਾ ਨਹੀਂ। ਕਿਉਂਕਿ ਇਹਨਾਂ ਦੇ ਆਪਦੇ ਬੱਚੇ ਤਾਂ ਪੜ੍ਹਦੇ ਆ ਜੀ ਸ਼ਿਮਲੇ ਵਾਲੇ ਸਕੂਲਾਂ ਦੇ ਵਿੱਚ, ਡਲਹੌਜੀ ਵਾਲੇ ਸਕੂਲਾਂ ਦੇ ਵਿੱਚ, ਜਾਂ ਬਾਹਰਲੇ ਸਕੂਲਾਂ ਦੇ ਵਿੱਚ, ਜਾਂ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ। ਇਹਨਾਂ ਨੇ ਸਰਕਾਰੀ ਸਕੂਲਾਂ ਦਾ ਜਿਹੜਾ ਸੁਧਾਰ ਕਰਕੇ ਕਰਨਾ ਕੀ ਹੈ? ਇਹ ਤਾਂ ਜਿਹੜੇ ਅਮਰੀਕਾ ਕੈਨੇਡਾ ਤੋਂ ਜਾ ਕੇ ਇਲਾਜ ਕਰਵਾ ਸਕਦੇ ਆ, ਇਹ ਤਾਂ ਦਿੱਲੀ ਦੇ ਵੱਡੇ ਵੱਡੇ ਹਸਪਤਾਲਾਂ ਤੋਂ ਇਲਾਜ ਕਰਵਾ ਸਕਦੇ ਆ, ਤਾਂ ਫਿਰ ਇਹਨਾਂ ਨੇ ਕਿਉਂ ਸਰਕਾਰੀ ਹਸਪਤਾਲਾਂ ਦੇ ਵਾਲੇ ਪਾਸੇ ਨੂੰ ਹੋਣਾ? ਤਾਂ ਬੜੀ ਵੱਡੀ ਗੱਲ ਹੈ ਲਖਵਿੰਦਰ ਜੀ, ਬਹੁਤ ਸ਼ਰਮਿੰਦਗੀ ਦੀ ਗੱਲ ਹੈ। ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਸਕੂਲ ਸੁਧਾਰਨ ਦੀ, ਸਕੂਲ ਐਮੀਨੈਂਸ, ਫਲਾਨਾ ਟਮਕਾਨਾ, ਬੜਾ ਕੁਝ ਕੀਤਾ ਜਾ ਰਿਹਾ, ਪਰ ਟਮਾਟਰ ਵੀ ਚੈੱਕ ਕੀਤੇ ਜਾ ਰਹੇ ਆ ਔਰ ਹੋਰ ਬੜਾ ਕੁਝ ਚੈੱਕ ਕੀਤਾ ਜਾ ਰਿਹਾ। ਕਿਉਂ ਨਹੀਂ ਸਕੂਲਾਂ ਦੀਆਂ ਹਾਲਾਤ ਜਿਹੜੇ ਆ ਚੈੱਕ ਕੀਤੇ ਜਾਂਦੇ? ਕਈ ਸਕੂਲ ਤਾਂ ਲਖਵਿੰਦਰ ਜੀ ਅੰਗਰੇਜ਼ਾਂ ਵੇਲੇ ਦੇ ਜਿਹੜੇ ਉਹ ਬਣੇ ਹੋਏ ਆ। ਮਤਲਬ ਹੈਰਾਨੀ ਦੀ ਗੱਲ ਹੈ ਕਿ ਕਿਉਂ ਇਮਾਰਤਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਕਿਉਂ ਨੰਬਰਾਂ ਦੇ ਵੱਲ ਧਿਆਨ ਦਿੱਤਾ। ਕਈ ਤਾਂ ਥਾਣੇ ਵੀ ਜਿਹੜੇ ਉਹ ਹਲੇ ਵੀ ਰੌਲਿਆਂ ਦੇ ਵਿੱਚ ਆ, ਉਹ ਵਿਚਾਰਿਆਂ ਨੂੰ ਕਿਤੇ ਅਲਾਟ ਨਹੀਂ ਕੀਤਾ ਜਾਂਦਾ ਪੁਲਿਸ ਨੂੰ, ਥਾਂ ਕਿ ਇੱਥੇ ਤੁਸੀਂ ਥਾਣਾ ਖੋਲੋ, ਕਿਤੇ ਕਿਹਦੀ ਨੱਪੀ ਬੈਠੇ, ਕਿਤੇ ਕਿਹਦੀ ਪੁਰਾਣੀ ਨੱਪੀ ਹੋਈ, ਉਹ ਕੇਸ ਵੀ ਜਿਹੜੇ ਚੱਲੀ ਜਾਂਦੇ ਆ। ਤੇ ਮਤਲਬ ਹੈਰਾਨੀ ਦੀ ਗੱਲ ਆ, ਸਰਕਾਰ ਵਾਸਤੇ ਉਹਨਾਂ ਦਾ ਸਿਸਟਮ ਚੈੱਕ ਕਰਨ ਚਲੇ ਜਾਂਦੇ ਆ, ਉਹਨਾਂ ਨੂੰ ਸਹੂਲਤਾਂ ਜਿਹੜੀਆਂ ਉਹ ਮਿਲਦੀਆਂ ਕਿ ਨਹੀਂ ਮਿਲਦੀਆਂ, ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਉੱਥੇ ਕੰਮ ਕਰ ਰਹੇ ਆ, ਚਾਹੇ ਉਹ ਥਾਣਿਆਂ ਦੇ ਵਿੱਚ ਆ, ਚਾਹੇ ਉਹ ਹਸਪਤਾਲਾਂ ਦੇ ਵਿੱਚ ਆ, ਚਾਹੇ ਉਹ ਸਕੂਲਾਂ ਦੇ ਵਿੱਚ ਆ, ਇਹ ਜਿਹੜਾ ਉੱਥੇ ਕੋਈ ਨਹੀਂ ਦੇਖ ਰਿਹਾ। ਆਪ ਇਹਨਾਂ ਨੂੰ 45 ਕਰੋੜ ਰੁਪਏ ਇਹਦੇ ਘਰਾਂ ਦੇ ਵਿੱਚ ਰਹਿਣਾ ਜ਼ਰੂਰੀ ਲੱਗਦਾ ਕੇਜਰੀਵਾਲ ਵਰਗਿਆਂ ਨੂੰ, ਪਰ ਥੱਲੇ ਜਿਹੜੇ ਲੋਕ ਨੇ ਜਾਂ ਫਿਰ ਸਰਕਾਰੀ ਮੁਲਾਜ਼ਮ ਨੇ, ਉਹਨਾਂ ਦੇ ਦਫ਼ਤਰ ਕਿਹੋ ਜਿਹੇ ਆ, ਉਹਨਾਂ ਦੇ ਸਕੂਲ ਕਿਹੋ ਜਿਹੇ, ਹਸਪਤਾਲ ਕਿਹੋ ਜਿਹੇ ਆ, ਇਹ ਜਿਹੜੇ ਆ ਉਹ ਦੇਖ ਕੇ ਰਾਜੀ ਨਹੀਂ। ਤਾਂ ਬਹੁਤ ਵੱਡੇ ਸਵਾਲ ਇਸ ਦੇ ਨਾਲ ਜਿਹੜੇ ਖੜੇ ਹੋਏ ਆ ਸਰਕਾਰ ਦੀ ਸਿੱਖਿਆ ਨੀਤੀ ਦੇ ਉੱਪਰ ਜੀ। ਤੇ ਦੂਸਰੇ ਪਾਸੇ ਸਰ ਇੱਕ ਪਰਚਾ ਵੀ ਦਰਜ ਕੀਤਾ ਗਿਆ ਸਰਕਾਰ ਦੇ ਵੱਲੋਂ, ਇਹ ਸਾਹਮਣੇ ਗੱਲ ਨਿਕਲ ਕੇ ਸੀਐਮ ਸਾਹਿਬ ਦੇ ਆਰਡਰਾਂ ਤੇ ਪਰਚਾ ਹੋਇਆ ਹੈ, ਪਰਚਾ ਠੇਕੇਦਾਰ ਦੇ ਉੱਪਰ ਹੋਇਆ ਹੈ। ਸੋ ਕੀ ਲੱਗ ਰਿਹਾ ਹੁਣ ਇਸ ਪੂਰੇ ਮਾਮਲੇ ਦੀ ਜਿਹੜੀ ਗਰਦ ਝਾੜ ਹੈ ਉਹ ਠੇਕੇਦਾਰ ਤੇ ਕਰ ਦਿੱਤੀ ਜਾਵੇਗੀ, ਕਿਉਂਕਿ 4 ਮੈਂਬਰੀ ਕਮੇਟੀ ਜਾਂਚ ਵੀ ਕਰੇਗੀ ਕਿ ਜਾਂਚ ਦੇ ਵਿੱਚ ਵੀ ਇਕੱਲਾ ਸਿਰਫ ਠੇਕੇਦਾਰ ਹੀ ਇਹਦੇ ਵਿੱਚ ਜ਼ਿੰਮੇਵਾਰ ਪਾਇਆ ਜਾਏਗਾ ਜਾਂ ਸੰਬੰਧਿਤ ਉੱਚ ਅਧਿਕਾਰੀਆਂ ਤੱਕ ਵੀ ਇਸ ਮਾਮਲੇ ਦੀ ਸੇਕ ਜਾ ਸਕਦਾ ਹੈ? ਨਹੀਂ ਦੇਖੋ, ਵੈਸੇ ਤਾਂ ਹੁੰਦਾ ਕੀ ਹੈ ਕਿ ਇੱਕ ਕੋਈ ਬੰਦਾ ਫੜ ਲਿਆ ਜਾਂਦਾ, ਜਿਵੇਂ ਕਹਿੰਦੇ ਹੁੰਦੇ ਆ ਪਾਣੀ ਨਿਵਾਣ ਵੱਲ ਨੂੰ ਜਾਂਦਾ, ਕੋਈ ਇਹੋ ਜਿਹਾ ਇੱਕ ਬੱਕਰਾ ਫੜ ਲਿਆ ਜਾਂਦਾ ਜਿਹਨੂੰ ਜਿਹੜਾ ਕੱਟ ਦਿੱਤਾ ਜਾਂਦਾ, ਠੀਕ ਹੈ ਨਾ।
ਉਹ ਹੁਣ ਇੱਕ ਬੱਕਰਾ ਮਿਲ ਗਿਆ ਹੁਣ, ਪਰ ਹੁਣ ਇਹਦੇ ਵਿੱਚ ਜਾਂਚ ਤੋਂ ਬਾਅਦ ਪਤਾ ਲੱਗੂਗਾ ਲਖਵਿੰਦਰ ਜੀ। ਆਪਾਂ ਕੁਝ ਕਹਿੰਦੇ ਆ ਕਿ ਇਹਦੇ ਵਿੱਚ ਜਲਦੀ ਹੋਊਗੀ, ਜਾਂਚ ਦੇ ਵਿੱਚ ਪਤਾ ਲੱਗੂਗਾ ਕਿ ਆਖਰ ਇਹ ਕਿਹਾ ਕੀ ਜਾ ਰਿਹਾ, ਠੇਕੇਦਾਰ ਦਾ ਇਹਦੇ ਵਿੱਚ ਕਸੂਰ ਕੀ ਹੈਗਾ ਜਾਂ ਕੀ ਕੁਝ ਗੱਲਬਾਤ ਆ। ਇਹ ਵੀ ਆਪਾਂ ਜਿਹੜੀ ਗੱਲ ਕਰਾਂਗੇ, ਕਿਉਂਕਿ ਉੱਥੇ ਕਹਿੰਦੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਅਧਿਆਪਕ ਅੰਦਰ ਬੈਠੇ ਕਰਦੇ ਕੀ ਸੀ ਜਾਂ ਕੁਝ ਹੋਰ ਕੀ ਕੁਝ ਚੱਲ ਰਿਹਾ, ਤਾਂ ਬਹੁਤ ਸਾਰੀਆਂ ਉੱਥੇ ਗੱਲਾਂ ਹੋਣਗੀਆਂ। ਉਹ ਵੀ ਆਪਾਂ ਪਤਾ ਕਰਕੇ ਆਪਣੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਔਰ ਫਿਲਹਾਲ ਜਾਂਚ ਕੀਤੀ ਜਾਊਗੀ ਕਿ ਇਸ ਮਸਲੇ ਦੀ ਜਾਂਚ ਕਿਹੋ ਜਿਹੀ ਆਉਂਦੀ ਹੋਵੇ ਸਾਨੂੰ ਪਤਾ, ਪਰ ਇਹ ਜਾਂਚ ਹੋਣ ਦੀ ਜਿਹੜੀ ਆ ਵਧੀਆ ਜਾਂਚ ਹੋਣ ਦੀ ਉਮੀਦ ਕਰਾਂਗੇ। ਬਿਲਕੁਲ ਸਰ, ਬਿਲਕੁਲ ਜੀ। FIR ਇਸ ਮਾਮਲੇ ਦੇ ਵਿੱਚ ਇੱਕ ਦਰਜ ਹੋ ਚੁੱਕੀ ਹੈ। ਤੇ ਦੂਸਰੇ ਪਾਸੇ ਗੱਲ ਕਰੀਏ CM ਮਾਨ ਸਾਹਿਬ ਦੇ ਵਾਅਦਿਆਂ ਦੀ, ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ 2022 ਦੇ ਇਲੈਕਸ਼ਨ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ, ਵੱਡੇ ਵੱਡੇ ਦਾਅਵੇ ਕੀਤੇ ਗਏ ਸੀ। ਇੱਛਾ ਸ਼ਕਤੀ ਵੀ ਸੀ CM ਮਾਨ ਦੇ ਵਿੱਚ, ਲੇਕਿਨ ਲੱਗਦਾ ਵੀ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੇ ਮੰਤਰੀ ਜਾਂ ਫਿਰ ਉਹਨਾਂ ਦੇ ਜੋ ਸੀਨੀਅਰ ਅਧਿਕਾਰੀ ਨੇ ਉਹ ਬਾਹਲੀ ਦਿਲਚਸਪੀ ਨਹੀਂ ਲੈ ਰਹੇ। ਉਹ ਮਾਮਲਾ ਇੱਕ ਨਵਾਂ ਹੁਣ ਮਾਲ ਵਿਭਾਗ ਦਾ ਨਿਕਲ ਕੇ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਮਾਲ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਉਹ ਪੂਰਾ ਮਾਮਲਾ ਕੀ ਸੀ, ਕਿਹੜਾ ਵਾਅਦਾ ਸੀ CM ਮਾਨ ਦਾ ਜਿਹੜਾ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਜਾਂ ਫਿਰ ਅਧਿਕਾਰੀਆਂ ਦੇ ਵੱਲੋਂ ਪੂਰਾ ਨਹੀਂ ਕੀਤਾ ਗਿਆ, ਤੇ ਮਾਲ ਵਿਭਾਗ ਦੇ ਅਧਿਕਾਰੀ ਜਾਂ ਫਿਰ ਕਹੀਏ ਵਰਕਰ ਹੁਣ ਸੰਘਰਸ਼ ਦੇ ਰਾਹ ਦੇ ਉੱਪਰ ਤੁਰਨ ਦੇ ਲਈ ਮਜਬੂਰ ਹੁੰਦੇ ਜਾਪਦੇ ਨੇ। ਉਹ ਵਾਅਦਾ ਕੀ ਸੀ ਜਿਸ ਦੇ ਉੱਪਰ ਬਹੁਤੀ ਦਿਲਚਸਪੀ ਮੰਤਰੀ ਸਾਹਿਬ ਜਾਂ ਫਿਰ ਅਧਿਕਾਰੀਆਂ ਵੱਲੋਂ ਨਹੀਂ ਦਿਖਾਈ ਜਾ ਰਹੀ? ਦੇਖੋ 6 ਜੁਲਾਈ 2022 ਨੂੰ ਲਖਵਿੰਦਰ ਜੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ 1090 ਪਟਵਾਰੀਆਂ ਨੂੰ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਸੀ। ਉਸ ਨਿਯੁਕਤੀ ਪੱਤਰ ਪ੍ਰੋਗਰਾਮ ਦੇ ਦੌਰਾਨ ਭਗਵੰਤ ਮਾਨ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਭਾਈ 1.5 ਸਾਲ ਦਾ ਜਿਹੜਾ ਇਹਨਾਂ ਦਾ ਜਿਹੜਾ ਇੱਕ ਜਿਹੜਾ ਟ੍ਰੇਨਿੰਗ ਪੀਰੀਅਡ ਹੁੰਦਾ ਉਹਨੂੰ ਅਸੀਂ ਘਟਾ ਕੇ ਜਿਹੜਾ 1 ਸਾਲ ਦਾ ਕਰਾਂਗੇ। ਇਹਨਾਂ ਦੀ ਜਿਹੜੀ ਤਨਖਾਹ ਹੈ 1.5 ਸਾਲ ਦੇ ਟ੍ਰੇਨਿੰਗ ਦੇ ਦੌਰਾਨ 5000 ਰੁਪਏ ਇਹਨਾਂ ਨੂੰ ਦਿੱਤੀ ਜਾਂਦੀ ਸੀ, ਭਾਵ ਕਿ 167 ਰੁਪਏ ਪ੍ਰਤੀ ਦਿਨ ਦਿਹਾੜੀ ਦੇ ਤੌਰ ਤੇ। ਤਾਂ ਉਹ ਕਹਿੰਦੇ ਸੀ ਵਧਾ ਕੇ ਬੇਸਿਕ ਜਿਹੜਾ ਤੌਰ ਤੇ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ। ਇਹ ਵੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਕਹੀ ਗਈ ਸੀ। ਤੇ ਹੋਰ ਵੀ ਇੱਕ ਦੋ ਜਿਹੜੇ ਵਾਅਦੇ ਉਹਨਾਂ ਨੇ ਤਕਰੀਬਨ ਲਖਵਿੰਦਰ ਜੀ ਕੀਤੇ ਸੀਗੇ। ਤੇ ਇਹਦੇ ਵਿੱਚ ਮੈਂ ਫਿਰ ਦੱਸ ਦਿੰਦਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਟ੍ਰੇਨਿੰਗ ਦਾ ਸਮਾਂ ਜਿਹੜਾ 1.5 ਸਾਲ ਤੋਂ ਘਟਾ ਕੇ 1 ਸਾਲ ਦਾ ਕਰ ਦਿੱਤਾ ਜਾਊਗਾ ਤੇ 5000 ਪ੍ਰਤੀ ਮਹੀਨਾ ਦੀ ਥਾਂ ਤਨਖਾਹ ਜਿਹੜੀ ਆ ਬੇਸਿਕ ਪੇ ਤੇ ਵਿਚਾਰ ਕੀਤਾ ਜਾਊਗਾ। ਤਾਂ ਇਹਦੇ ਵਿੱਚ ਬੜੀ ਉਹਨਾਂ ਨੇ ਅਹਿਮ ਜਿਹੜੀਆਂ ਗੱਲਾਂ ਜਿਹੜੀਆਂ ਉਹ ਕਹੀਆਂ ਸੀਗੀਆਂ। ਤਾਂ ਹੁਣ 1.5 ਸਾਲ ਬੀਤਣ ਤੋਂ ਬਾਵਜੂਦ ਵੀ ਲਖਵਿੰਦਰ ਜੀ ਉਹ ਜਿਹੜਾ ਇੱਕ ਵਾਅਦਾ ਇਹ ਸੀਗਾ ਕਿ ਭਾਈ ਜਿਹੜਾ ਇਹਨਾਂ ਦਾ 1.5 ਸਾਲ ਦਾ ਟ੍ਰੇਨਿੰਗ ਪੀਰੀਅਡ ਹੁੰਦਾ ਉਹ ਮੰਨਿਆ ਨਹੀਂ ਜਾਂਦਾ ਸਰਵਿਸ ਦਾ ਹਿੱਸਾ। ਤੇ ਮੁੱਖ ਮੰਤਰੀ ਕਹਿੰਦੇ ਸੀਗੇ ਕਿ ਅਸੀਂ ਇਸ 1.5 ਸਾਲ ਦੇ ਪੀਰੀਅਡ ਨੂੰ ਸਰਵਿਸ ਦਾ ਹਿੱਸਾ ਜਿਹੜਾ ਉਹ ਬਣਾਵਾਂਗੇ। ਤਾਂ ਹੁਣ ਕੀ ਹੋਇਆ, ਹੁਣ 6 ਜੁਲਾਈ 2022 ਨੂੰ ਭਰਤੀ ਹੋਈ, 6 ਜੁਲਾਈ 2023 ਨੂੰ ਸਮਾਂ ਜਿਹੜਾ ਉਹ ਬੀਤ ਗਿਆ, 1 ਸਾਲ ਹੋ ਗਿਆ। ਹਾਲੇ ਤੱਕ ਵੀ ਉਹਨਾਂ ਕੱਚੇ ਅਧਿਆਪਕਾਂ ਨੂੰ ਮਾਫ ਕਰਨਾ, ਕੱਚੇ ਅਧਿਆਪਕਾਂ ਦੀ ਗੱਲ ਆ ਗਈ, 1090 ਜਿਹੜੇ ਪਟਵਾਰੀ ਭਰਤੀ ਕੀਤੇ ਸੀਗੇ 6 ਜੁਲਾਈ 2022 ਨੂੰ, ਉਹਨਾਂ ਨੂੰ ਨਾ ਤਾਂ ਬੇਸਿਕ ਪੇ ਦਿੱਤੀ ਜਾ ਰਹੀ ਹੈ, ਨਾ ਉਹਨਾਂ ਦਾ ਸਮਾਂ 1.5 ਸਾਲ ਤੋਂ ਘਟਾ ਕੇ ਟ੍ਰੇਨਿੰਗ ਪੀਰੀਅਡ ਵਾਲਾ 1 ਸਾਲ ਦਾ ਕੀਤਾ ਗਿਆ, ਨਾ ਉਹਨਾਂ ਨੂੰ ਇਹ ਕੁਝ ਕਿਹਾ ਗਿਆ ਕਿ ਭਾਈ ਤੁਹਾਡਾ ਜਿਹੜਾ ਇਹ 1.5 ਸਾਲ ਦਾ ਸਮਾਂ ਇਹ ਤੁਹਾਡੀ ਸਰਵਿਸ ਦੇ ਵਿੱਚ ਜੋੜਿਆ ਜਾਊਗਾ। ਉਹ ਜਿਹੜੇ ਆ ਇਹ ਵੀ ਗੱਲ ਪਤਾ ਲੱਗੀ ਹੈ ਕਿ ਕੁਝ ਲੋਕ ਜਿਹੜੇ ਆ ਉਹ ਚਲੇ ਗਏ ਸੀਗੇ ਹਾਈ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਮਾਮਲਾ ਲੜ ਗਿਆ। ਕਹਿੰਦੇ ਹਾਈ ਕੋਰਟ ਨੇ ਸਰਕਾਰ ਦਾ ਫੈਸਲਾ ਜਿਹੜਾ ਉਹ ਪਲਟਾ ਦਿੱਤਾ ਕਿ ਭਾਈ ਨਹੀਂ, ਇਹਨਾਂ ਦਾ ਟ੍ਰੇਨਿੰਗ ਪੀਰੀਅਡ ਜਿਹੜਾ ਉਹ 1.5 ਸਾਲ ਦਾ ਹੀ ਹੋਊਗਾ। ਹੁਣ ਟੀਚਰ ਯੂਨੀਅਨ ਇਹ ਗੱਲ ਕਹਿ ਰਹੀ ਹੈ ਕਿ ਭਾਈ ਮੰਤਰੀ ਦੇ ਨਾਲ ਅਸੀਂ ਮੀਟਿੰਗ ਕੀਤੀ ਹੈ, ਮੰਤਰੀ ਨੇ ਸਾਡੇ ਤੋਂ 10 ਦਿਨ ਦਾ ਜਿਹੜਾ ਉਹ ਸਮਾਂ ਮੰਗਿਆ। ਅਸੀਂ ਸਹਿਮਤ ਹਾਂ ਕਿ ਹਾਈ ਕੋਰਟ ਨੇ ਇਸ ਚੀਜ਼ ਤੇ ਰੋਕ ਲਾ ਦਿੱਤੀ ਹੈ ਕਿ ਭਾਈ ਸਾਡਾ ਜਿਹੜਾ ਟ੍ਰੇਨਿੰਗ ਦਾ ਸਮਾਂ ਉਹ 1 ਸਾਲ ਤੋਂ 1.5 ਸਾਲ ਤੋਂ 1 ਸਾਲ ਨਹੀਂ ਕੀਤਾ ਜਾ ਸਕਦਾ, ਸਗੋਂ ਦੀ 1.5 ਸਾਲ ਦਾ ਹੀ ਕੀਤਾ ਜਾਵੇ। ਕਹਿੰਦੇ ਠੀਕ ਹੈ, ਸਾਨੂੰ ਪਤਾ ਕਾਨੂੰਨੀ ਅੜਚਣ ਵੈਸੇ ਵੀ ਆ 1-2 ਮਹੀਨਿਆਂ ਤੱਕ ਉਹਨਾਂ ਦਾ ਜਿਹੜਾ ਸਮਾਂ ਲਖਵਿੰਦਰ ਜੀ 1.5 ਸਾਲ ਵਾਲਾ ਪੂਰਾ ਹੋ ਹੀ ਜਾਣਾ, ਪਰ ਉਹ ਕਹਿੰਦੇ ਕਿ ਭਾਈ ਸਾਡੇ ਜਿਹੜੇ ਬਾਕੀ ਰਹਿੰਦੇ 2 ਵਾਅਦੇ ਆ ਉਹ ਤਾਂ ਪੂਰੇ ਕਰ ਦਿਓ। ਉਹ ਕਿਹੜੇ ਲਖਵਿੰਦਰ ਜੀ? ਇੱਕ ਤਾਂ ਇਹ ਕਿ ਟ੍ਰੇਨਿੰਗ ਪੀਰੀਅਡ ਦੇ ਦੌਰਾਨ ਜਿਹੜਾ 5000 ਤਨਖਾਹ ਸੀ ਉਹ ਇਹ ਕਹਿੰਦੇ ਸੀ ਕਿ ਅਸੀਂ ਬੇਸਿਕ ਪੇ ਦੇਵਾਂਗੇ, ਤਾਂ ਫਿਰ ਉਹ ਬੇਸਿਕ ਪੇ ਹੀ ਦੇ ਦਿਓ। ਉਹ ਇਹ ਵੀ ਗੱਲਾਂ ਕਰ ਰਹੇ ਆ ਕਿ ਭਾਈ ਇਹ ਤਾਂ ਹੁਣ ਤੁਹਾਡੇ ਹੱਥ ਦੇ ਵਿੱਚ ਹੀ ਹੈ ਕਿ ਭਾਈ ਜਿਹੜਾ ਸਮਾਂ ਸਾਡਾ 1.5 ਸਾਲ ਦਾ ਹੈਗਾ ਟ੍ਰੇਨਿੰਗ ਵਾਲਾ, ਉਸ ਸਮੇਂ ਨੂੰ ਸਾਡੀ ਸਰਵਿਸ ਦੇ ਵਿੱਚ ਜੋੜ ਲਿਆ ਜਾਵੇ। ਤਾਂ ਇਹ 2 ਮੰਗਾਂ ਨੂੰ ਲੈ ਕੇ ਹੁਣ ਅੜ ਗਏ ਆ। ਪਹਿਲੀ ਮੰਗ ਜਿਹੜੀ ਸੀਗੀ ਕਿ ਸਮਾਂ 1.5 ਸਾਲ ਤੋਂ ਘਟਾ ਕੇ 1 ਸਾਲ ਦਾ ਕਰ ਦੇਵੋ, ਉਹ ਸਮਾਂ ਉਹ ਜਿਹੜਾ ਫੈਸਲਾ ਸਰਕਾਰ ਦਾ ਉਹ ਪਲਟਾ ਦਿੱਤਾ
ਹਾਈ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਨਹੀਂ, ਇਹ ਨਹੀਂ ਹੋ ਸਕਦਾ। ਪਰ ਅਧਿਕਾਰੀ, ਪਰ ਪਟਵਾਰੀ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਠੀਕ ਆ, ਇਹ ਨਹੀਂ ਹੋ ਸਕਦਾ, ਹਾਈ ਕੋਰਟ ਨੇ ਕਾਨੂੰਨੀ ਅੜਚਨ ਇਹਦੇ ਵਿੱਚ ਪਾ ਦਿੱਤੀ ਹੈ। ਪਰ ਦੋ ਚੀਜ਼ਾਂ ਸਰਕਾਰ ਦੇ ਹੱਥ ਦੇ ਵਿੱਚ ਨੇ, ਇੱਕ ਤਾਂ ਸਾਡੀ ਬੇਸਿਕ ਪੇ ਦਿੱਤੀ ਜਾਵੇ, 5000 ਨਾ ਦਿੱਤੀ ਜਾਵੇ, ਸਾਨੂੰ ਬੇਸਿਕ ਪੇ ਦਿੱਤੀ ਜਾਵੇ, ਤੇ ਦੂਜਾ ਜਿਹੜਾ ਸਾਡਾ ਇਹ 1.5 ਸਾਲ ਦਾ ਸਮਾਂ ਹੈਗਾ ਤਾਂ ਉਹ ਸਾਨੂੰ ਜਿਹੜਾ ਹੈਗਾ ਇਹ ਸਾਡੀ ਸਰਵਿਸ ਦੇ ਵਿੱਚ ਜੋੜ ਦਿੱਤਾ ਜਾਵੇ। ਹੁਣ ਨਾ ਤਾਂ 1 ਸਾਲ ਦੇ ਬੀਤਣ ਦੇ ਬਾਵਜੂਦ ਕੋਈ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਇਹ ਤੇ ਜਿਹੜੀ ਕੋਈ ਕਾਰਵਾਈ ਕੀਤੀ ਹੈ ਜਾਂ ਅਮਲ ਦੇ ਵਿੱਚ ਲਿਆਂਦਾ ਮੁੱਖ ਮੰਤਰੀ ਦੀ ਕੀਤੀ ਦਾਅਵੇ ਨੂੰ, ਨਾ ਜਿਹੜੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਨਾ ਉਹਨਾਂ ਨੇ ਲੈ ਕੇ ਆਂਦਾ। ਤਾਂ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦਾ ਐਲਾਨ ਹੋਵੇ, ਉਦੋਂ ਤਾਂ ਸਰਕਾਰ ਬਣੀ ਸੀ, ਚੌ ਦੇ ਵਿੱਚ ਐਲਾਨ ਵੀ ਕਰ ਦਿੱਤਾ ਸੀ ਤੇ ਉਹ ਚਾਅ ਚ ਕੀਤੇ ਐਲਾਨ ਨੂੰ ਵੀ ਜਿਹੜਾ ਉਹ ਪੂਰਾ ਨਾ ਕਰੇ ਸਰਕਾਰ। ਬੜੀ ਹੈਰਾਨੀ ਲਖਵਿੰਦਰ ਜੀ ਹੁੰਦੀ ਹੈ। ਮੁੱਖ ਮੰਤਰੀ ਦੀ ਕਈ ਗੱਲ ਪੱਤਰ ਤੇ ਲਕੀਰ ਹੁੰਦੀ ਹੈ ਤੇ ਪਰ ਹੁਣ ਮੁੱਖ ਮੰਤਰੀ ਨੇ ਆਪਣੀ ਛਵੀ ਜਿਹੜੀ ਇਹੋ ਜਿਹੀ ਬਣਾ ਲਈ ਹੈ ਜੀ ਤੋਂ ਸਾਫ਼ ਲੱਗ ਰਿਹਾ ਹੈ ਕਿ ਭਾਈ ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਕੁਝ ਹੋਰ ਹੈ ਤੇ ਕਰਦੇ ਕੁਝ ਹੋਰ ਹੈ। ਤੇ ਹੁਣ ਇਹਦੇ ਵਿੱਚ ਵੀ ਅਜਿਹਾ ਹੀ ਹੋਇਆ। ਤੇ ਕੀ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਉਹ ਸਿਰਫ ਐਲਾਨ ਕਰਨ ਵਾਸਤੇ ਹੀ ਸੀ ਅਧਿਕਾਰੀ, ਜਾਂ ਫਿਰ ਸੱਚੀ ਉਹਨਾਂ ਦੀ ਗੱਲ ਨਹੀਂ ਮੰਨ ਰਹੇ, ਉਹਨਾਂ ਨੂੰ ਸੀਰੀਅਸ ਨਹੀਂ ਲੈ ਰਹੇ, ਮੰਤਰੀ ਸੱਚੀ ਉਹਨਾਂ ਨੂੰ ਸੀਰੀਅਸ ਲੈ ਰਹੇ, ਜਾਂ ਇਹ ਗੱਲ ਹੈਗੀ ਹੈ। ਤਾਂ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਐਲਾਨ ਦੇ ਬਾਵਜੂਦ ਵੀ ਜਿਹੜੇ ਅਧਿਕਾਰੀ ਤੇ ਮੰਤਰੀ ਉਹਨਾਂ ਦੇ ਕੀਤੇ ਐਲਾਨਾਂ ਨੂੰ ਸੀਰੀਅਸ ਲੈ ਕਿਉਂ ਨਹੀਂ ਰਹੇ, ਕਿਉਂ ਨਹੀਂ ਆਪਣੇ ਵਾਅਦੇ ਜਿਹੜੇ ਉਹ ਨਿਭਾ ਰਹੇ। ਠੀਕ ਹੈ, ਇੱਕ ਐਲਾਨ ਜਿਹੜਾ ਸੀਗਾ ਕਿ ਟ੍ਰੇਨਿੰਗ ਜਿਹੜੀ ਆ 1.5 ਸਾਲ ਤੋਂ 1 ਸਾਲ ਕਰ ਦਿੱਤੀ, ਉਹਦੇ ਵਿੱਚ ਕਾਨੂੰਨੀ ਅੜਚਨ ਆ ਗਈ, ਪਰ ਬਾਕੀ ਬੇਸਿਕ ਪੇ ਅਤੇ ਉਸ ਟ੍ਰੇਨਿੰਗ ਪੀਰੀਅਡ ਨੂੰ ਸਰਵਿਸ ਪੀਰੀਅਡ ਦੇ ਵਿੱਚ ਜੋੜਨ ਵਾਲੀ ਜਿਹੜੀ ਗੱਲ ਹੈ, ਜਿਹੜਾ ਵਾਅਦਾ ਹੈ, ਉਹ ਤਾਂ ਜਿਹੜੀ ਪੂਰੀ ਕੀਤੀ ਜਾ ਸਕਦੀ ਹੈ, ਉਹ ਕਦੋਂ ਹੋਊਗੀ ਉਹ ਹੈਰਾਨੀ ਦੀ ਗੱਲ ਹੈ। ਪਰ ਪਟਵਾਰ ਯੂਨੀਅਨ ਵੀ ਕਹਿ ਰਹੀ ਵੀ ਬ੍ਰਹਮ ਸ਼ੰਕਰ ਜਿੰਪਾ ਜੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ, 10 ਦਿਨ ਦਾ ਟਾਈਮ ਉਹਨਾਂ ਨੇ ਦਿੱਤਾ ਹੈ, ਕਿ ਲੱਗ ਰਿਹਾ 10 ਦਿਨ ਦੇ ਵਿੱਚ ਉਹਨਾਂ ਦੇ ਮਸਲੇ ਹੱਲ ਹੋ ਜਾਣਗੇ, ਜਾਂ ਫਿਰ ਜਿਹੜੇ ਉਹ ਸੰਘਰਸ਼ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਵੀ ਜੇਕਰ 10 ਦਿਨਾਂ ਤੋਂ ਬਾਅਦ 10 ਦਿਨਾਂ ਦੇ ਵਿੱਚ ਸਾਡੀਆਂ ਇਹ ਦੋ ਮੰਗਾਂ, ਕਿਉਂਕਿ ਤੀਸਰੀ ਤੁਸੀਂ ਮੰਗ ਕਲੀਅਰ ਕਰਤੀ ਹੈ ਵੀ ਹਾਈ ਕੋਰਟ ਦਾ ਦਖਲ ਹੈ, ਪੂਰੀ ਹੋ ਹੀ ਨਹੀਂ ਸਕਦੀ, ਕਾਨੂੰਨੀ ਅੜਚਨ ਹੈ, ਇਹ ਦੋ ਮੰਗਾਂ ਕੀ ਬ੍ਰਹਮ ਸ਼ੰਕਰ ਜਿੰਪਾ ਜੀ ਜਾਂ ਫਿਰ ਮਾਨ ਸਰਕਾਰ ਆਉਂਦੇ 10 ਦਿਨਾਂ ਦੇ ਵਿੱਚ ਇਹ ਦੋ ਮੰਗਾਂ ਪੂਰੀਆਂ ਕਰੇਗੀ, ਜਾਂ ਫਿਰ ਪਟਵਾਰ ਯੂਨੀਅਨ ਵੀ ਸੰਘਰਸ਼ ਦੇ ਰਸਤੇ ਦੇ ਉੱਪਰ ਦਿਖਾਈ ਦੇਣ ਵਾਲੀ ਹੈ? ਦੇਖੋ, ਸੰਘਰਸ਼ ਤਾਂ ਕਰਨਾ ਹੀ ਪੈਂਦਾ। ਵਾਅਦੇ ਕਿੱਥੇ ਨਹੀਂ ਕੀਤੇ ਰਜਿੰਦਰ ਜੀ। ਬਹਿਬਲ ਕਲਾਂ, ਕੋਟਕਪੂਰਾ ਗੋਲੀकांड ਮਸਲੇ ਤੇ 15 ਦਿਨ ਦੇ ਦਿਓ ਜੀ, 1.5 ਮਹੀਨਾ ਦੇ ਦਿਓ ਜੀ, 6 ਮਹੀਨੇ ਦੇ ਦਿਓ, ਇੰਨਾ ਟਾਈਮ ਦੇ ਦਿਓ, ਉਹਨਾਂ ਟਾਈਮ ਦੇ ਦਿਓ। ਹੁਣ ਤੱਕ ਕੀ ਕੁਝ ਹੋਇਆ? ਕੁਝ ਨਹੀਂ ਹੋਇਆ। ਟਾਈਮ ਜਿਹੜੇ ਮੰਗੇ ਜਾਂਦੇ ਆ, ਉਮੀਦ ਕਰਦੇ ਆ ਕਿ ਜੇ 10 ਦਿਨ ਮੰਗੇ ਆ ਤਾਂ ਮੰਤਰੀ ਸਾਹਿਬ ਇਹਦੇ ਵਿੱਚ ਕੁਝ ਕਰਨ, ਸਰਕਾਰ ਕੁਝ ਕਰੇ, ਬਹੁਤ ਚੰਗੀ ਗੱਲ ਹੈ। ਜੇ ਫਿਰ ਨਹੀਂ ਹੁੰਦਾ ਤਾਂ ਫਿਰ ਇਹ ਕੋਈ ਪਹਿਲੀ ਗੱਲ ਨਹੀਂ ਹੋਊਗੀ ਲਖਵਿੰਦਰ ਜੀ, ਸਰਕਾਰ ਵਾਅਦਾ ਕਰਕੇ ਮੁੱਕਰੀ ਹੋਵੇ। ਠੀਕ ਹੈ, ਉਹ ਇਹ ਸੋਚੀ ਜਾਂਦੇ ਆ ਕਿ ਜਿੱਥੇ ਇੰਨੇ ਲੋਕ ਤੁਰੇ ਫਿਰਦੇ, ਜਿੱਥੇ ਕਿਸਾਨ, ਵੱਖ-ਵੱਖ ਜਥੇਬੰਦੀਆਂ, ਟੀਚਰ, ਫਲਾਨਾ ਟਮਕਾਨਾ, ਜਿਹੜੇ ਉਹ ਸੰਘਰਸ਼ ਕਰਦੇ ਫਿਰਦੇ ਆ, ਸਾਰਾ ਪੰਜਾਬ ਸੰਘਰਸ਼ ਦੇ ਰਾਹ ਤੇ ਪਿਆ ਹੋਇਆ, ਉਹਦੇ ਵਿੱਚ ਇਹ 1090 ਤੁਰੇ ਫਿਰਨਗੇ, ਕੀ ਫਰਕ ਪੈਂਦਾ ਹੈ? ਜਾਂ ਤਾਂ ਫਿਰ ਇਹ ਸੋਚਦੇ ਹੋਣ, ਜਾਂ ਫਿਰ ਦੇਖਦੇ ਆ ਕਿ ਮੰਤਰੀ ਸਾਹਿਬ ਜੇ ਸੀਰੀਅਸ ਲੈਂਦੇ ਆ ਤਾਂ ਬੜੀ ਉਹਨਾਂ ਦੀ ਚੰਗੀ ਗੱਲ ਹੋਊ, ਪਟਵਾਰੀਆਂ ਲਈ ਵੀ, ਸਰਕਾਰ ਲਈ ਵੀ, ਮੰਤਰੀ ਦੇ ਲਈ ਵੀ, ਮੁੱਖ ਮੰਤਰੀ ਦੇ ਲਈ ਵੀ। ਤੇ ਜੇ ਨਹੀਂ ਇਹ ਗੱਲ ਕਰਦੇ ਤਾਂ ਫਿਰ ਸਰਕਾਰ ਲਈ ਮੁਸ਼ਕਲਾਤਾਂ ਜਿਹੜੀਆਂ ਹੋ ਸਕਦੀਆਂ ਨੇ, ਪਰ ਉਹ ਮੁਸ਼ਕਲਾਤਾਂ ਸਮਝਦੀ ਨਹੀਂ। ਜਿੱਥੇ ਹੋ ਰਹੇ ਨੇ ਤੁਰੇ ਫਿਰਦੇ, ਅਗਲਾ ਕਹਿੰਦਾ 1090 1100-1200 ਬੰਦਾ ਹੋ ਤੁਰਿਆ, ਕਿੱਡੀ ਕੁ ਗੱਲ ਜੀ। ਬਿਲਕੁਲ, ਹੁਣ 10 ਦਿਨਾਂ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿ ਆਖਰ ਸਰਕਾਰ ਦੀ ਮਨਸ਼ਾ ਕੀ ਹੈ, ਤੇ ਉਹ ਵੀ ਕਲੀਅਰ ਹੋ ਜਾਏਗਾ ਕਿ ਇਹ ਵਾਅਦਾ ਸੱਚਮੁੱਚ ਲਾਗੂ ਕਰਨ ਦੇ ਲਈ ਕੀਤਾ ਗਿਆ ਸੀ, ਤੇ ਇਹ ਵੀ ਗੱਲ ਕਲੀਅਰ ਹੋ ਜਾਊਗੀ ਕਿ ਆਖਰ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀ ਜਾਂ ਫਿਰ ਮੰਤਰੀ ਸਾਹਿਬ ਇਸ ਸੀਐਮ ਸਾਹਿਬ ਦੇ ਵਾਅਦੇ ਪ੍ਰਤੀ ਕਿੰਨੇ ਕੁ ਸੀਰੀਅਸ ਨੇ, ਕਿੰਨੇ ਕੁ ਦਿਲਚਸਪੀ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਹੈ। ਇਹ ਹੁਣ 10 ਦਿਨਾਂ ਤੋਂ ਬਾਅਦ ਕਲੀਅਰ ਹੋ ਜਾਊਗਾ। ਕੀ ਹਾਲਾਤ ਬਣਨਗੇ ਉਹ ਵੀ ਤੁਹਾਨੂੰ ਬਿਲਕੁਲ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਸਿੱਧੂ ਸਾਹਿਬ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ, ਜਿਨ੍ਹਾਂ ਵੱਲੋਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।